ਦੇਖੋ ਇਸ ਗੱਲ ਦੇ ਉੱਤੇ ਪੂਰੀ ਚਰਚਾ ਹੋਏਗੀ। ਚਰਚਾ ਪੂਰੀ ਅਸੀਂ ਜਾਣਦੇ ਨਹੀਂ। ਇੱਕ ਕਨਸਟੀਟਿਊਸ਼ਨਲ ਹੈਡ ਹੈ, ਇੱਕ ਡੈਮੋਕ੍ਰੇਸੀ ਹੈ, ਆਫਟਰ ਆਲ ਇਹ ਲਾਅ ਮੇਕਿੰਗ ਇੱਕ ਆਰਗੇਨਾਈਜੇਸ਼ਨ ਹੈਗੀ ਹੈ। ਤੇ ਮੈਂ ਤੇ ਇਹ ਕਹਿਣਾ, ਬਸ ਐਡਾ ਕਹਿਣਾ ਕਿ ਇਹਨਾਂ ਪਾਰਟੀਆਂ ਨੂੰ ਪਹਿਲੇ ਅਟੈਂਡ ਕਰ ਲੈਂਦੇ, ਬਾਅਦ ਦੇ ਵਿੱਚ ਜਿਹੜੀ ਹੈਗੀ ਹੈ ਗੱਲਬਾਤ ਉਹਦੀ ਹੋ ਸਕਦੀ ਸੀਗੀ। ਤੁਸੀਂ ਇਸ ਵੇਲੇ ਜਦੋਂ ਪੂਰੀ ਦੁਨੀਆ ਦੇਖ ਰਹੀ ਹੈ ਸਾਨੂੰ, ਉਦੋਂ ਤੇ ਇੱਕ ਤਰ੍ਹਾਂ ਦੀ ਇੱਕ ਨੈਸ਼ਨਲਿਜ਼ਮ ਤੇ ਆਪਣਾ ਇਕੱਠ ਦਿਖਾ ਦਿਓ ਨਾ, ਉਦੋਂ ਇਹ ਸਾਰਾ ਤਮਾਸ਼ਾ ਕਰਕੇ ਤੇ ਪੂਰੀ ਇਸ ਫੰਕਸ਼ਨ ਨੂੰ ਡੀਰੇਲ ਕਰਨ ਦੀ, ਵੈਸੇ ਤੇ ਡੀਰੇਲ ਹੋਏਗੀ ਨਹੀਂ, ਕਿੰਨੇ ਕੁ ਬੰਦੇ ਨੇ ਇਹਨਾਂ ਦੇ ਇਕੱਠੇ ਮਿਲਾਮ ਲੂ ਕੇ, ਕੁਛ ਵੀ 100 ਕੋਲੋਂ ਵੀ ਘੱਟ ਨੇ, ਤੇ ਬਟ ਕਿਉਂ ਇਹ ਕੰਮ ਕਰਨੇ, ਕਿਉਂ ਨਹੀਂ ਇसी टाइम ਦੇ ਉੱਤੇ ਦਿਖਾਣਾ ਕਿ ਜੀ ਆਪਾਂ ਜਵਾਬ ਲਈਏ ਸਰ। ਦੋਵੇਂ ਗੱਲਾਂ ਦਾ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਜੋ ਤੁਸੀਂ ਕੇਜਰੀਵਾਲ ਔਰ ਭਗਵੰਤ ਮਾਨ ਹੋਰਾਂ ਦੀ ਗੱਲ ਵੀ ਕੀਤੀ, ਔਰ ਦੂਜੇ ਪਾਸੇ ਕਿ ਤੁਸੀਂ ਫਰਾਖਦਿਲੀ ਦਿਖਾਉਣੀ ਸੀ ਕਿ ਜੇ ਇਤਰਾਜ਼ ਵੀ ਸੀ ਜਾਂ ਕੋਈ ਦਿੱਕਤ ਸੀ ਤਾਂ ਫਿਰ ਉਸ ਤਰੀਕੇ ਨਾਲ ਆਪਣਾ ਵਿਰੋਧ ਦਰਜ ਕਰਵਾ ਕੇ ਉੱਥੇ ਸ਼ਾਮਲ ਤਾਂ ਜ਼ਰੂਰ ਹੁੰਦੇ। ਹੁਣ ਤਾਂ ਤੁਹਾਡੇ ਨਵੇਂ ਪਾਰਲੀਮੈਂਟ ਦੇ ਮੈਂਬਰ ਵੀ ਬਣੇ ਨੇ ਜਲੰਧਰ ਤੋਂ। ਜੈਬੰਸ ਸਿੰਘ ਹੁਣਾਂ ਨੂੰ ਇੰਨਾ ਟਾਈਮ ਨਾ ਦਿਓ, ਉਹਨਾਂ ਨੂੰ ਕੋਈ ਗੱਲ ਹੀ ਨਹੀਂ ਆ ਰਹੀ। ਉਹ ਗੱਲ ਕੇਜਰੀਵਾਲ ਸਾਹਿਬ ਤੇ ਲੈ ਗਏ, ਭਗਵੰਤ ਮਾਨ ਸਾਹਿਬ ਤੇ ਲੈ ਗਏ। ਅਸਲ 'ਚ ਬੀਜੇਪੀ ਨੂੰ ਬਹੁਤ ਵੱਡਾ ਥ੍ਰੈਟ ਹੈ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਜੋੜੀ। ਦੋਵੇਂ ਮੁੱਖ ਮੰਤਰੀਆਂ ਤੋਂ ਇਹ ਰਾਤ ਨੂੰ ਸੁਪਨੇ ਲੈ ਉੱਠਦੇ ਆ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਬੇਸਲੈਸ ਗੱਲਾਂ ਛੱਡ ਰਹੇ ਆ। ਅੱਜ ਭਗਵੰਤ ਮਾਨ ਸਾਹਿਬ ਨੇ ਜੈਬੰਸ ਜੀ ਵਿੱਚ ਨਾ ਬੋਲੋ, ਜੈਬੰਸ ਜੀ ਵਿੱਚ ਨਾ ਬੋਲੋ, ਮੈਂ ਮੇਰੀ ਸੁਣ ਲਓ। ਅਸੀਂ ਤੁਹਾਡੇ ਵਾਸਤੇ ਸ਼ੁਭਕਾਮਨਾਵਾਂ ਦਿੰਦੇ ਆ ਤੁਹਾਨੂੰ। ਤੁਸੀਂ ਵੱਡੀ ਪਾਰਟੀ ਦੀ ਮਰਿਆਦਾ ਬਾਰੇ ਨਹੀਂ ਬੋਲ ਸਕੇ। ਪ੍ਰਿੰਸੀਪਲਸ ਦੇ ਨਾਲ ਤੁਹਾਨੂੰ ਇਦਾਂ ਨਾ ਦੱਸਿਆ ਕਿ ਅਹੁਦਾ ਇਹ ਕਿੱਥੇ ਗਾ, ਜਾਂ ਤੁਸੀਂ ਮੈਨੂੰ ਦੱਸੋ ਰਾਸ਼ਟਰਪਤੀ ਦਾ ਅਹੁਦਾ ਕਿੱਥੇ ਹੈ। ਤੁਸੀਂ ਮੈਨੂੰ ਗੱਲ ਕਰਨ ਦਿਓ, ਵਿੱਚ ਨਾ ਬੋਲੋ ਪਲੀਜ਼। ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਰਾਸ਼ਟਰੀ ਕਨਵੀਨਰ ਨੇ, ਬਹੁਤ ਸਤਿਕਾਰਤ ਯੋਗ ਵਿਅਕਤੀ ਨੇ ਇੰਡੀਆ ਦੇ ਇਸ ਵੇਲੇ, ਜਿਨ੍ਹਾਂ ਤੋਂ ਭਾਰਤੀ ਜਨਤਾ ਪਾਰਟੀ ਥਰ ਕੰਬਦੀ ਹੈ। ਆਮ ਆਦਮੀ ਪਾਰਟੀ ਤੋਂ ਭਾਰਤੀ ਜਨਤਾ ਥਰ ਕੰਬਦੀ ਹੈ, ਜਿਹੜੀ ਸਭ ਤੋਂ ਛੋਟੀ ਪਾਰਟੀ ਹੈ ਦੁਨੀਆ ਦੀ ਔਰ ਸਭ ਤੋਂ ਫਾਸਟੈਸਟ ਗਰੋਇੰਗ ਪਾਰਟੀ ਹੈ। ਭਗਵੰਤ ਮਾਨ ਸਾਹਿਬ ਦੀ ਲੋਕਪ੍ਰਿਯਤਾ ਤੋਂ ਕੰਬਦੇ ਆ। ਉਹਨਾਂ ਨੇ ਅੱਜ ਟਵੀਟ ਕਰਤਾ, ਇਹ ਉਹਨਾਂ ਦੇ ਖਿਲਾਫ ਬੋਲਣ ਲੱਗ ਗਏ। ਟਵੀਟ ਸਹੀ ਕੀਤਾ ਮੁੱਖ ਮੰਤਰੀ ਸਾਹਿਬ ਨੇ। ਉਹਨਾਂ ਨੇ ਕਿਹਾ ਜੋ ਮਰਿਆਦਾ ਦੀ ਨਹੀਂ ਪਾਲਣਾ ਕਰ ਰਹੇ ਤਾਂ ਅਸੀਂ ਉੱਥੇ ਹੀ ਕਰਨਾ। ਅਸੀਂ ਵਿਰੋਧ ਕਰ ਰਹੇ ਹਾਂ, 19 ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ। ਔਰ ਗੌਰਵ ਜੀ, ਗੱਲ ਇਹ ਨਹੀਂ ਹੈ, ਇਹ ਹੁਣ ਬਾਰ-ਬਾਰ ਇਸੇ ਗੱਲ ਤੇ ਆ ਜਾਂਦੇ ਆ ਕਿ ਪਹਿਲਾਂ ਨਹੀਂ ਦੱਸਿਆ। ਹੁਣ ਕੀ ਹੋ ਗਿਆ? ਪਹਿਲਾਂ ਤੋਂ ਵੀ ਦੱਸਿਆ ਆ, ਮੀਡੀਆ 'ਚ ਨਹੀਂ ਗਏ। ਪਹਿਲਾਂ ਤੋਂ ਵੀ ਇਹਨਾਂ ਦੇ ਸਾਰਿਆਂ ਨੂੰ ਜ਼ੁਬਾਨੀ ਵੀ ਉਸ ਤਰ੍ਹਾਂ ਵੀ ਕਰਦੇ ਰਹੇ ਆ ਕਿ ਉਹ ਰਾਸ਼ਟਰਪਤੀ ਤੋਂ ਕਰਵਾਓ। ਬਹੁਤ ਵੱਡਾ ਦਿਨ ਹੈ ਇਹ, 28 ਮਈ। ਸੰਘੇੜਾ ਸਾਹਿਬ, ਤੁਸੀਂ ਉਸ ਵਾਲੇ ਪਾਸੇ ਖੜੇ ਹੋ, ਮੈਂ ਵਿਚਾਲੇ ਤੁਹਾਨੂੰ ਰੋਕ ਰਿਹਾ। ਉਸ ਵਾਲੇ ਪਾਸੇ ਖੜੇ ਹੋ ਜਿਨ੍ਹਾਂ ਦੇ ਉੱਤੇ ਬੀਜੇਪੀ ਇਲਜ਼ਾਮ ਲਗਾ ਰਹੀ ਹੈ ਕਿ ਰਵਾਇਤਾਂ ਇਹਨਾਂ ਨੇ ਹੀ ਤੋੜੀਆਂ ਹੋਈਆਂ ਨੇ। ਕਾਂਗਰਸ ਵਾਲੇ ਪਾਸੇ ਨਹੀਂ, ਇਹਨਾਂ ਦਾ ਹੱਥ ਫੜਿਆ ਹੋਇਆ ਕਿਸੇ ਨੇ। ਜੇ ਰਵਾਇਤਾਂ ਨੂੰ ਕਰ ਲੈ, ਰਵਾਇਤਾਂ ਤਾਂ ਇਹ ਗਲਤ ਪਾ ਰਹੇ ਨੇ, ਬਿਲਕੁਲ ਡੈਮੋਕ੍ਰੇਸੀ ਦਾ ਘਾਣ ਕਰ ਰਹੇ ਨੇ। ਇਹ ਸੁਪਰੀਮ ਕੋਰਟ ਨੂੰ ਕੁਝ ਨਹੀਂ ਸਮਝਦੇ, ਇਹ ਹਾਈ ਕੋਰਟ ਨੂੰ ਕੁਝ ਨਹੀਂ ਸਮਝਦੇ, ਇਹ ਇਲੈਕਸ਼ਨ ਕਮਿਸ਼ਨ ਨੂੰ ਕੁਝ ਨਹੀਂ ਸਮਝਦੇ। ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਦਿੱਲੀ 'ਚ ਸਰਕਾਰ ਚੁਣੀ ਹੋਈ ਆ, ਤੇ ਚੁਣੀ ਕਾਹਦੇ ਲਈ ਹੈ? ਅਰਵਿੰਦ ਕੇਜਰੀਵਾਲ ਸਾਹਿਬ ਜੇ ਮੁੱਖ ਮੰਤਰੀ ਹੈ ਤਾਂ ਮੁੱਖ ਮੰਤਰੀ ਬਣਾਏ ਕਾਹਦੇ ਲਈ ਆ? ਜੇ ਉਹ ਕਿਸੇ ਨੂੰ ਟ੍ਰਾਂਸਫਰ ਵੀ ਨਹੀਂ ਕਰ ਸਕਦੇ। ਤੁਸੀਂ ਲੈਫਟੀਨੈਂਟ ਗਵਰਨਰ ਤੋਂ, ਆਪਣੇ ਇੱਕ ਸਟੂਕ ਤੋਂ ਹੀ, ਇੱਕ ਆਪਣੀ ਰਬੜ ਸਟੈਂਪ ਤੋਂ ਹੀ ਸਾਰਾ ਕੁਝ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਚਲਾਉਣੀ ਆ। ਕੇਂਦਰ ਸਰਕਾਰ ਨੇ ਇੱਕ ਬਾਊ ਦੀ ਬਦਲੀ ਆ, ਉਹ ਕੀ ਕਰਨੀ ਹੈ? ਤਾਂ ਕਦ ਇਹਨਾਂ ਨੇ ਉਹਦੇ ਵਿੱਚ ਵੀ ਇੜਕੇ ਡਾਉਣੇ ਸ਼ੁਰੂ ਕਰਤੇ ਆ। ਇਹ ਸੰਵਿਧਾਨ ਦੀ ਉਲੰਘਣਾ ਕਰਨ ਤੇ ਆਦੀ ਹੋ ਗਏ ਨੇ ਪ੍ਰਧਾਨ ਮੰਤਰੀ। ਜਵਾਬ ਲਈਏ ਸਰ, ਜਵਾਬ ਲਈਏ। ਦੇਖੋ ਸੰਘੇੜਾ ਸਾਹਿਬ, ਗੱਲ ਇਹ ਵੀ ਹੈ ਕਿ ਰੋਜ਼ਾਨਾ ਜਦੋਂ ਪੰਜਾਬ ਦਾ ਇਸ਼ੂ ਹੁੰਦਾ, ਸੱਤਾ 'ਚ ਤੁਸੀਂ ਹੋ ਸੰਘੇੜਾ ਸਾਹਿਬ, ਜਦੋਂ ਸੱਤਾ 'ਚ ਤੁਸੀਂ ਹੋ ਪੰਜਾਬ ਦੇ ਵਿੱਚ, ਪੰਜਾਬ ਵਾਲੇ ਇਸ਼ੂ ਦੇ ਉੱਤੇ ਵਾਰ-ਵਾਰ ਤੁਹਾਡੇ ਕੋਲ ਆਉਣਾ ਪੈਂਦਾ ਕਿ ਜਵਾਬ ਦਿਓ। ਅੱਜ ਫਿਰ ਜੈਬੰਸ ਜੀ ਕੋਲ ਜਾਣਾ ਪਏਗਾ ਕਿ ਜਵਾਬ ਦਿਓ। ਇਸ ਕਰਕੇ ਟਾਈਮ ਵੀ ਉਸ ਤਰੀਕੇ ਨਾਲ ਹੀ ਪਹੁੰਚ ਜਾਂਦਾ ਜਿਵੇਂ ਤੁਹਾਨੂੰ ਰੋਜ਼ ਮਿਲਦਾ। ਜੈਬੰਸ ਜੀ ਕਰ ਰਹੇ ਆ। ਜੈਬੰਸ ਜੀ, ਹਾਂਜੀ। ਦੇਖੋ ਸੰਘੇਰਾ ਸਾਹਿਬ ਨੇ ਜੋ ਹੁਣ ਕਿਹਾ ਨਾ, ਉਹਦੇ ਤੋਂ ਪੂਰਾ ਇਹਦਾ ਜਿਹੜਾ ਗੇਮ ਪਲਾਨ ਹੈ ਉਹ ਪਤਾ ਲੱਗ ਗਿਆ। ਗੇਮ ਪਲਾਨ ਇਹ ਸੀਗਾ ਕਿ ਇਹ ਡਿਬੇਟ ਕਰਕੇ ਤੇ ਉਹ ਦਿੱਲੀ ਦੀ ਆਰਡੀਨੈਂਸ ਦੇ ਉੱਤੇ ਆ ਜਾਓ। ਇਹਨਾਂ ਨੇ ਡਿਬੇਟ ਦੀ ਤੇ ਗੱਲ ਘੱਟ ਕੀਤੀ ਹੈ, ਉਹ ਤੇ ਕਾਂਗਰਸ ਦੇ ਨਾਲ ਮਿਲ ਗਏ ਤੇ ਆ ਗਏ ਉਹਦੇ ਉੱਤੇ, ਆਰਡੀਨੈਂਸ ਦੇ ਉੱਤੇ। ਦੂਸਰਾ, ਮੈਂ ਪਹਿਲੇ ਹੀ ਕਹਿਤਾ ਸੀਗਾ ਕਿ ਦੋ ਚੀਜ਼ਾਂ ਇਹਨਾਂ ਨੇ ਇਸਤੇਮਾਲ ਕਰਦੀਆਂ ਨੇ। ਪਿਛਲੀ ਵਾਰੀ ਦੇ ਵਿੱਚ ਉਹ ਸੰਵਿਧਾਨ ਦਾ ਖਾਂਡ ਕਰਨਾ ਉਹ ਨਹੀਂ ਕੀਤਾ, ਨਫ਼ਰਤ ਕਰ ਦਿੱਤੀ। ਤੇ ਇਹ ਪੂਰਾ ਪ੍ਰੀ ਪਲਾਨਡ ਇੱਕ ਐਕਸ਼ਨ ਲੈ ਕੇ ਆਉਂਦੇ ਨੇ ਜੋ ਕਰਨਾ ਹੈ। ਪਰ ਮੈਂ ਸੰਘੇਰਾ ਸਾਹਿਬ ਨੂੰ ਇਹ ਦੱਸ ਦੇਵਾਂ, ਮੈਂ ਪਹਿਲੇ ਵੀ ਬਹੁਤ ਵਾਰ ਕਿਹਾ ਹੈ, ਅਸੀਂ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਪੋਲੀਟੀਕਲੀ ਪ੍ਰਿੰਸੀਪਲਸ ਨਾਲ ਵਧੇ, ਆਪਣਾ ਕਰੇ। ਪਰ ਇਸ ਵੇਲੇ ਆਮ ਆਦਮੀ ਪਾਰਟੀ ਦੀ ਕੋਈ ਐਸੀ ਪੋਜੀਸ਼ਨ ਨਹੀਂ ਹੈ ਜਿਹਦੇ ਵਿੱਚ ਅਸੀਂ ਇਹਨਾਂ ਨੂੰ ਕੋਈ ਥਾਟ ਵੀ ਦਈਏ ਆਪਣੀ ਪੋਲੀਟੀਕਲ ਫਿਲਾਸਫੀ ਦੇ ਵਿੱਚ। ਦੇ ਆਰ ਨਾਟ ਬਿਗ ਇਨਫ।
ਇਹ ਜਿਹੜਾ ਬਾਰ-ਬਾਰ ਕਹਿੰਦੇ ਰਹਿੰਦੇ ਨੇ ਨਾ ਕਿ ਸਾਡੇ ਕੋਲੋਂ ਥਰ-ਥਰ ਕੰਬਦੇ ਨੇ, ਅਸੀਂ ਤੇ ਇਹਨਾਂ ਦੇ ਬਾਰੇ ਸੋਚਦੇ ਵੀ ਨਹੀਂ। ਥਰ-ਥਰ ਕੰਬਣ ਦੀ ਕਿਹੜੀ ਗੱਲ ਹੈਗੀ ਹੈ? ਸੰਗੇਰਾ ਸਾਹਿਬ, ਥੋੜੀ ਹਿਊਮਿਲਿਟੀ ਰੱਖੋ, ਥੋੜਾ ਵਧਣ ਦੀ ਕੋਸ਼ਿਸ਼ ਕਰੋ, ਕਿਤੇ ਉਸ ਲੈਵਲ ਦੇ ਉੱਤੇ ਪਹੁੰਚੋ ਜਿੱਥੇ ਅਸੀਂ ਤੁਹਾਡੇ ਬਾਰੇ ਸੋਚਣਾ ਸ਼ੁਰੂ ਕਰੀਏ, ਤੇ ਫਿਰ ਐਸੀਆਂ ਗੱਲਾਂ ਕਰੋ। ਆਪਣੇ ਚਾਦਰ ਕੋਲੋਂ ਜ਼ਿਆਦਾ ਪੈਰ ਫੈਲਾਉਣ ਦੇ ਨਾਲ ਕੁਝ ਮਿਲਦਾ ਨਹੀਂ ਹੈ। ਡੂ ਨਾਟ ਡੂ ਆਲ ਦਿਸ। ਆਪਣੇ ਜਿਹੜੇ ਤੁਹਾਡੇ ਕੇਜਰੀਵਾਲ ਸਾਹਿਬ ਨੇ, ਉਹਨਾਂ ਨੂੰ ਕਹੋ ਚੀਫ ਮਿਨਿਸਟਰ ਦੀ ਕੁਰਸੀ ਛੱਡਣ, ਕਨਵੀਨਰ ਬਣਨ, ਤੇ ਫਿਰ ਸਤਿਕਾਰ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਐਕਸੈਪਟ ਕਰਾਂਗੇ ਐਜ਼ ਅ ਜੂਨੀਅਰ ਚੀਫ ਮਿਨਿਸਟਰ। ਉਹ ਸਾਡੇ ਚੀਫ ਮਿਨਿਸਟਰ ਦੇ ਉੱਤੇ ਭਾਰੀ ਨਾ ਹੋਣ, ਉਹ ਸਾਨੂੰ ਠੀਕ ਨਹੀਂ ਲੱਗਦਾ। ਉਹ ਸਾਡੀ ਬੇਇੱਜ਼ਤੀ ਹੈ, ਉਹਨੂੰ ਕਹਿੰਦੇ ਨੇ ਐਕਚੁਅਲ ਬੇਇੱਜ਼ਤੀ, ਉਹਨੂੰ ਕਹਿੰਦੇ ਨੇ। ਠੀਕ ਹੈ, ਚਲੋ ਆਪਾਂ ਵਾਪਸ ਚਰਚਾ ਦੇ ਉੱਤੇ ਆ ਜਾਈਏ। ਮੈਂ ਪੀਰ ਮੁਹੰਮਦ ਜੀ ਦਾ ਵੀ ਰੁਖ ਕਰਨਾ, ਔਰ ਇੱਕ ਵਾਰੀ ਮੈਂ ਸੰਧੂ ਸਾਹਿਬ ਦਾ ਰੁਖ ਕਰਨਾ। ਗੌਰਵ ਜੀ, ਇੱਕ ਲਾਈਨ ਦੇ ਵਿੱਚ ਹੀ, ਭਾਰਤੀ ਜਨਤਾ ਪਾਰਟੀ ਕਦੋਂ ਦੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਯੂਨਿਟ ਦੀ ਸਕੀ ਹੋ ਗਈ, ਭਗਵੰਤ ਮਾਨ ਸਾਹਿਬ ਦੀ ਸਕੀ ਹੋ ਗਈ। ਹਾਂਜੀ, ਅਰਵਿੰਦ ਕੇਜਰੀਵਾਲ ਸਾਹਿਬ ਤੋਂ ਹੀ ਗੱਲ ਸ਼ੁਰੂ ਕੀਤੀ ਹੈ ਜੈਵੰਤ ਜੀ ਨੇ, ਅਰਵਿੰਦ ਕੇਜਰੀਵਾਲ ਸਾਹਿਬ ਤੋਂ ਹੀ ਖਤਮ ਕੀਤੀ ਹੈ। ਜੈਵੰਤ ਜੀ, ਰਾਸ਼ਟਰਪਤੀ ਦੇ ਅਹੁਦੇ ਦੀ ਮਰਿਆਦਾ ਬਾਰੇ ਇੱਕ ਲਫ਼ਜ਼ ਬੋਲੋ। ਤੁਸੀਂ ਕਿਉਂ ਨਹੀਂ ਉਦਘਾਟਨ ਕਰਵਾ ਰਹੇ ਰਾਸ਼ਟਰਪਤੀ ਸਾਹਿਬਾਂ ਤੋਂ? ਕਿਉਂ ਨਹੀਂ ਤੁਸੀਂ ਲੋਕਾਂ ਦੇ ਸੰਵਿਧਾਨਕ? ਠੀਕ ਹੈ, ਚਲੋ ਮੈਂ ਇੱਕ ਵਾਰੀ ਜਵਾਬ ਲਵਾਂਗਾ, ਬੇਫਿਕਰ ਹੋ, ਸਮਾਂ ਹੁਣ ਪਿੱਛੇ ਪੂਰਾ ਬਚਿਆ ਹੋਏਗਾ। ਸੰਧੂ ਸਾਹਿਬ ਦਾ ਰੁਖ ਕਰਨਾ, ਫਿਰ ਮੈਂ ਪੀਰ ਮੁਹੰਮਦ ਸਾਹਿਬ ਕੋਲ ਆਣਾ ਜੀ। ਠੀਕ ਹੈ ਸੰਗੇੜਾ ਜੀ, ਤੁਹਾਡੀ ਗੱਲ ਆ ਗਈ, ਇੱਕ ਲਾਈਨ ਤਾਂ ਪੁੱਛੇ, ਤੁਹਾਡੀ ਗੱਲ ਆ ਗਈ। ਸੰਧੂ ਜੀ, ਇੱਕ ਛੋਟਾ ਜਿਹਾ ਸਵਾਲ ਇਹ ਵੀ ਹੈ, ਤੁਸੀਂ ਜਵਾਬ ਦੇਣਾ ਚਾਹੁੰਦੇ ਹੋ ਬਹੁਤ ਸਾਰੇ। ਦੇਖੋ, ਬਹੁਤ ਸਾਰੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ। ਇੱਕ ਤਸਵੀਰ ਮੇਰੇ ਕੋਲ ਵੀ ਹੈ, ਇਹ ਛੱਤੀਸਗੜ੍ਹ ਦੀ ਵਿਧਾਨ ਸਭਾ ਦਾ ਇੱਕ ਪ੍ਰੋਗਰਾਮ ਸੀ, ਜਦੋਂ ਉਸ ਦਾ ਭੂਮੀ ਪੂਜਨ ਪ੍ਰੋਗਰਾਮ ਹੈ। ਉੱਥੇ ਸੋਨੀਆ ਗਾਂਧੀ MP ਪਹੁੰਚੇ ਹੋਏ ਨੇ, ਰਾਹੁਲ ਗਾਂਧੀ MP ਪਹੁੰਚੇ ਹੋਏ ਨੇ। ਉਹ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ, ਤੁਹਾਡੇ ਤੱਕ ਵੀ ਪਹੁੰਚੀ ਹੋਏਗੀ। ਮੁੱਖ ਮੰਤਰੀ ਦਾ ਨਾਮ ਤੀਜੇ ਨੰਬਰ ਦੇ ਉੱਤੇ ਹੈ, ਔਰ ਰਾਜਪਾਲ ਦਾ ਨਾਮ ਉਸ ਨੀਂਹ ਪੱਥਰ ਵਾਲੇ ਪੱਥਰ ਦੇ ਉੱਪਰ ਨਹੀਂ ਹੈ। ਉਸ ਤੋਂ ਬਾਅਦ ਇੱਕ 2011 ਦੀ ਤਸਵੀਰ ਵਾਇਰਲ ਹੋ ਰਹੀ ਹੈ ਮਨੀਪੁਰ ਦੀ। ਉੱਥੇ ਦੀ ਲੈਜਿਸਲੇਟਿਵ ਅਸੈਂਬਲੀ ਦਾ ਉਦਘਾਟਨ ਸੀ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ 2011 ਚ ਉਦਘਾਟਨ ਕਰਨ ਪਹੁੰਚੇ। ਪੱਥਰ ਦੇ ਉੱਤੇ ਨਾਮ ਸੋਨੀਆ ਗਾਂਧੀ ਦਾ ਵੀ ਹੈ, ਮਿਸਿਸ ਸੋਨੀਆ ਗਾਂਧੀ ਦਾ, ਚੇਅਰਪਰਸਨ UPA। ਕਨਸਟੀਟਿਊਸ਼ਨਲ ਹੈੱਡ ਸਟੇਟ ਦੇ ਤਾਂ ਆਪਾਂ ਰਾਜਪਾਲ ਨੂੰ ਮੰਨਦੇ ਹਾਂ। ਦੋਵੇਂ ਥਾਵਾਂ ਦੇ ਉੱਤੇ ਜਿੱਥੇ ਕਾਂਗਰਸ ਦੀ ਸਰਕਾਰ ਸੀ, ਉੱਥੇ ਰਾਜਪਾਲ ਦਾ ਜ਼ਿਕਰ ਨਹੀਂ ਹੈ। ਦੇਖੋ ਗੌਰਵ ਜੀ, ਮੈਨੂੰ ਇਹਨਾਂ ਦੇ ਬਾਰੇ ਨਹੀਂ ਪਤਾ, ਪਰ ਫਿਰ ਵੀ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਵਿਧਾਨ ਸਭਾ ਤੇ ਲੋਕ ਸਭਾ ਤੇ ਰਾਜ ਸਭਾ ਚ ਜ਼ਮੀਨ ਅਸਮਾਨ ਦਾ ਫਰਕ ਹੈ। ਜਿਹੜਾ ਲੋਕ ਸਭਾ ਤੇ ਰਾਜ ਸਭਾ ਦਾ ਹੈੱਡ ਆ, ਉਹ ਰਾਸ਼ਟਰਪਤੀ ਹੈ, ਉਹ ਚ ਕੋਈ ਸ਼ੱਕ ਹੀ ਨਹੀਂ। ਦੇਖੋ ਗੌਰਵ ਜੀ, ਮੈਂ ਦੱਸਾਂ ਤੁਹਾਨੂੰ ਨਾ, ਇੱਕ ਸਾਰਿਆਂ ਨੂੰ ਇੱਕ ਗੱਲ ਨਹੀਂ ਪਤਾ ਵੀ ਗੱਲ ਕੀ ਹੈ। ਤਾਮਿਲਨਾਡੂ ਤੋਂ ਨਾ ਇੱਕ ਵਿਦਵਾਨ ਉਧਰ ਸੈਂਗੋਲ ਲੈ ਕੇ ਆਉਣਗੇ, ਇੱਕ ਰਾਜਦੰਡ ਹੁੰਦਾ ਜਿਸ ਤਰ੍ਹਾਂ ਗੁਰੂ ਜਿਹਾ, ਉਸ ਤਰ੍ਹਾਂ ਦਾ ਛੋਟਾ ਜਿਹਾ, ਉਹ ਲਿਆ ਕੇ ਤੇ ਪ੍ਰਧਾਨ ਮੰਤਰੀ ਦੇਣਗੇ। ਫਿਰ ਉੱਥੇ ਪਰਮਾਨੈਂਟ ਇਹ ਸਥਾਪਿਤ ਕਰਤਾ ਜਾਏਗਾ ਨਵੀਂ ਸੰਸਦ ਦੇ ਸਪੀਕਰ ਦੇ ਲਾਗੇ। ਇਹ ਨਹੀਂ ਸੀ ਉਹ ਚਾਹੁੰਦੇ ਵੀ ਇੱਕ ਦਲਿਤ ਲੇਡੀ ਜਿਹੜੀ ਉਸ ਪੰਗਲ ਨੂੰ ਪਕੜੀ। ਪ੍ਰਧਾਨ ਮੰਤਰੀ ਕਹਿੰਦੇ ਸੀ ਮੈਂ ਆਪ ਖੁਦ ਪਕੜਾਂ ਤੇ ਵੇ ਸਥਾਪਿਤ ਹੋਵੇ, ਕਿਉਂਕਿ ਇੱਕ ਬਹੁਤ ਵੱਡਾ ਇਹ ਸ਼ਗਨ ਹੁੰਦਾ, ਸ਼ਗਨ ਦਾ ਕੰਮ ਹੈ ਬਹੁਤ ਵੱਡਾ। ਉਹ ਚਾਹੁੰਦੇ ਸੀ ਵੀ ਮੈਂ ਇਸ ਖੁਦ ਪਕੜਾਂ ਤੇ ਮੈਂ ਇਸ ਨੂੰ ਆਪ ਸਥਾਪਿਤ ਕਰਾਂ। ਤੁਸੀਂ ਕਈ ਮੌਕੇ ਤੇ ਵੇਖਿਆ ਵੀ ਪ੍ਰਧਾਨ ਮੰਤਰੀ ਚਾਹੁੰਦੇ ਨੇ ਵੀ ਮੈਂ ਫੁੱਟ ਜਾਣੀ ਕਿ ਮੈਂ ਆਵਾਂ, ਅੱਗੇ ਕੋਈ ਨਾ ਆਵੇ। ਤੁਸੀਂ ਕਈ ਵਾਇਰਲ ਵੀਡੀਓ 'ਚ ਵੇਖਿਓ, ਸਿਕਿਉਰਿਟੀ ਗਾਰਡ ਨੂੰ ਜਾਂ ਕਿਸੇ ਨੂੰ ਪਰੇ ਕਰ ਦਿੰਦੇ ਵੀ ਮੈਂ ਹੀ ਜਿਹੜਾ ਫਰੇਮ ਦੇ ਵਿੱਚ ਰਵਾਂ। ਸਾਡੇ ਆਦਰਸ਼ੀਆਂ ਨੇ, ਸਾਡੇ ਪ੍ਰਧਾਨ ਮੰਤਰੀ ਨੇ ਸਾਡਾ ਮਾਣ ਨਿਰਦੇਸ਼ ਦਾ। ਅੱਜ ਉਹ BJP ਦੇ ਨਹੀਂ ਗਏ, ਜਿੱਥੇ ਮਰਿਆਦਾ ਦੀ ਗੱਲ ਆਊਗੀ, ਹੋ ਸਕਦਾ ਪਿੱਛੇ ਕੋਈ ਭੁੱਲ ਵੀ, ਵੱਡੀ ਕੋਈ ਗੱਲ ਨਹੀਂ, ਮੈਂ ਰਾਜਨੀਤੀ ਨਹੀਂ ਕਰਦਾ, ਪਰ ਅੱਜ ਬਹੁਤ ਵਧੀਆ ਮੌਕਾ ਸੀ ਜੇ ਅੱਜ ਸਾਰੀਆਂ ਪਾਰਟੀਆਂ ਕਹਿੰਦੇ ਫਰਾਗ ਦਿੱਲੀ ਕਰਨੀ ਚਾਹੀਦੀ ਸੀ। ਪਿੱਛੇ ਕਿਸੇ ਨੇ ਜੀ ਠੀਕ ਹੈ, ਮੈਂ ਜਵਾਬ ਲਵਾਂਗਾ ਇਸ ਚੀਜ਼ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਪਰ ਪਹਿਲਾਂ ਪੀਰ ਮੁਹੰਮਦ ਜੀ ਦਾ ਰੁਖ ਕਰਦਾ ਹਾਂ। ਪੀਰ ਮੁਹੰਮਦ ਜੀ, ਇੱਕ ਤਾਂ ਗੱਲ ਪੂਰੀ ਘੁੰਮ ਫਿਰ ਕੇ ਤੁਹਾਡੇ ਵਾਲੇ ਪਾਸੇ ਜਦੋਂ ਆਈ ਤਾਂ ਗੜਜੋੜ ਤੇ ਪਹੁੰਚ ਗਈ, ਤੇ ਦੂਜੀ ਗੱਲ ਜੋ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਲਾਈਨ ਜਾਂ ਕਹੀਏ ਕਿ ਬਾਰ-ਬਾਰ ਜਿਸ ਪੁਆਇੰਟ ਦੇ ਉੱਤੇ ਜਾ ਰਹੀ ਹੈ ਕਿ ਇਹ ਰਾਸ਼ਟਰਪਤੀ ਦੇ ਅਹੁਦੇ ਦਾ ਅਪਮਾਨ ਹੈ। ਕਿ ਅਕਾਲੀ ਦਲ ਨੂੰ ਇਹ ਨਹੀਂ ਲੱਗਦਾ? ਤੁਸੀਂ ਕਾਂਗਰਸ ਵਾਲਾ ਤਰਕ ਦੇ ਦਿੱਤਾ, ਠੀਕ ਹੈ, ਕਾਂਗਰਸ ਦੇ ਉੱਤੇ ਤੁਸੀਂ ਇਲਜ਼ਾਮ ਲਗਾ ਦਿੱਤੇ, ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਤਾਂ ਹੋਰ ਵੀ ਬਹੁਤ ਸਾਰੀਆਂ ਨੇ, ਉਹ ਵੀ ਇਹ ਸੇਮ ਜ਼ਿਕਰ ਕਰ ਰਹੀਆਂ ਨੇ ਕਿ ਅਪਮਾਨ ਹੋ ਰਿਹਾ। ਦੇਖੋ, ਚਾਹੇ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਹੈ, ਤੁਸੀਂ ਇਹ ਦੇਖੋ, ਇਹ ਤਾਂ ਰੋਜ਼ ਹੀ ਇੱਥੇ ਮੁੱਖ ਮੰਤਰੀ ਦੇ ਅਹੁਦੇ ਦੀ ਤੋਹੀਨ ਕਰ ਰਹੇ ਨੇ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਇਹ ਕਰਦੇ ਰਹੇ, ਫਿਰ ਚਰਨਜੀਤ ਸਿੰਘ ਚੰਨੀ ਨਾਲ, ਤੇ ਉਸ ਤੋਂ ਬਾਅਦ ਜੇ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਬਣੇ ਨੇ ਤੇ ਉਹਨਾਂ ਨੂੰ ਚਲਾ ਕੌਣ ਰਿਹਾ? ਸੁਪਰ CM ਇਹਨਾਂ ਦੇ ਰਾਘਵ ਚੱਡਾ ਜੀ ਨੇ। ਔਰ ਉਸ ਤੋਂ ਉੱਪਰ ਜਿਹੜੇ ਅਰਵਿੰਦ ਕੇਜਰੀਵਾਲ, ਹੁਣ ਵੇਖੋ ਉਹਨਾਂ ਨੂੰ ਰੋਜ਼ ਹੈਲੀਕਾਪਟਰ ਪੰਜਾਬ ਦਾ
ਤੇ ਰੋਜ਼ ਕਦੀ ਉਹਨਾਂ ਨੂੰ ਕਲਕੱਤੇ ਲੈ ਜਾਂਦੇ, ਕਦੀ ਪਰ ਹੁਣ ਮੁੰਬਈ ਲੈ ਗਏ ਆ, ਮੁੰਬਈ ਤੋਂ ਪਤਾ ਨਹੀਂ ਗਾਂ ਅੱਗੇ ਕਿੱਥੇ ਲੈ ਜਾਣਾ ਇਹਨਾਂ ਨੇ। ਇਹ ਦੇਖੋ ਕਿ ਜਿਹੜੇ ਦਰਸ਼ਕ ਸਮਝ ਰਹੇ ਨੇ ਸਾਰੀ ਗੱਲ ਕਿ ਇਹਨਾਂ ਦੀ ਮਜਬੂਰੀ ਹੈ ਕਿ ਅੱਜ ਉਹਨਾਂ ਦਾ ਆਦਿਵਾਸੀ ਦਾ ਬਹਾਨਾ ਬਣਾ ਕੇ ਰਾਸ਼ਟਰਪਤੀ ਦੇ ਅਹੁਦੇ ਦੀ ਤੋਹੀਨ ਹੋ ਰਹੀ ਹੈ। ਇਹ ਤਾਂ ਹਰ ਅਹੁਦੇ ਦੀ ਤੋਹੀਨ ਕਰ ਰਹੇ ਨੇ। ਆ ਤੁਸੀਂ ਦੱਸਿਆ ਹੀ ਹੈ ਕਿ ਕਰਨਾਟਕਾ ਦੇ ਵਿੱਚ ਕੀ ਹੋ ਰਿਹਾ। ਠੀਕ ਹੈ, ਲੋਕ ਇਹ ਚੀਜ਼ ਜਾਣਨੀ ਚਾਹੁੰਦੇ ਹੋਣਗੇ ਕਿ ਤੁਸੀਂ ਅਕਾਲੀ ਦਲ ਇਸ ਸਮੇਂ ਬੀਜੇਪੀ ਵਾਲੇ ਪਾਸੇ ਇਸ ਕਰਕੇ ਖੜਾ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਵਾਲੇ ਪਾਸੇ ਨਹੀਂ ਖੜਨਾ ਸੀ। ਪੂਰੀ ਹੈ ਬੀਜੇਪੀ ਨਾਲ ਕੋਲੈਬੋਰੇਸ਼ਨ ਕਰਨੀ ਤੁਹਾਡੀ ਵੀ ਮਜਬੂਰੀ ਆ। ਦੇਖੋ ਜਿੱਥੇ ਕਾਂਗਰਸ ਹੋਵੇਗੀ ਉੱਥੇ ਹੀ ਕਿਵੇਂ ਖੜ ਸਕਦੇ ਆ ਜੀ। ਦੇਖੋ ਕਾਂਗਰਸ ਪਾਰਟੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਰਾਸ਼ਟਰਪਤੀ ਨੇ ਤੇ ਆਪਣੀ ਜਾਨ ਮਸਾ ਬਚਾਈ ਸੀ। ਉਦੋਂ ਸਮਰਥਨ ਕਰ ਰਹੇ ਹੋ ਇਸ ਕਰਕੇ ਬੀਜੇਪੀ ਵਾਲੇ ਪਾਸੇ, ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕ ਰਿਹਾ। ਇੱਕ ਤੁਸੀਂ ਬੀਜੇਪੀ ਦਾ ਸਮਰਥਨ ਕਰ ਰਹੇ ਹੋ ਇਸ ਕਰਕੇ ਉਸ ਉਦਘਾਟਨ ਸਮਾਗਮ ਦੇ ਵਿੱਚ ਸ਼ਾਮਲ ਹੋ, ਇੱਕ ਤੁਸੀਂ ਕਾਂਗਰਸ ਵਾਲੇ ਪਾਸੇ ਨਹੀਂ ਖੜ ਸਕਦੇ ਇਸ ਕਰਕੇ ਤੁਸੀਂ ਕਿਸੇ ਦਾ ਉਦਘਾਟਨ ਸਮਾਗਮ 'ਚ ਸ਼ਾਮਲ। ਨਹੀਂ ਅਸੀਂ ਕਿਸੇ ਦਾ ਸਮਰਥਨ ਨਹੀਂ ਕਰ ਰਹੇ। ਅਸੀਂ ਇਹ ਦੇਖੋ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਦੇਸ਼ ਦੇ ਵਿੱਚ 75 ਸਾਲਾਂ ਦੇ ਬਾਅਦ ਜੇ ਕੋਈ ਇੱਕ ਇਹਨਾਂ ਨੇ ਦੇਸ਼ ਨੇ ਇੱਕ ਬਿਲਡਿੰਗ ਬਣਾਈ ਆਪਣੇ ਪੱਧਰ ਤੇ ਜੇ ਉਹਦਾ ਉਦਘਾਟਨ ਪ੍ਰਧਾਨ ਮੰਤਰੀ ਕਰ ਲੈਣਗੇ ਤੇ ਕੀ ਪ੍ਰੋਬਲਮ ਇਹਦੇ ਵਿੱਚ ਹੈਗੀ। ਤੁਸੀਂ ਦੇਖੋ ਕਿ ਕਾਂਗਰਸ ਨੇ ਅੱਜ ਤੱਕ ਜਿਹੜਾ ਅੰਗਰੇਜ਼ ਤਾਂ ਇੱਥੋਂ ਚਲੇ ਗਏ ਲੇਕਿਨ ਉਹਨਾਂ ਦੀਆਂ ਬਣਾਈਆਂ ਬਿਲਡਿੰਗਾਂ ਦੇ ਵਿੱਚ ਹੀ ਰਹਿ ਰਹੇ ਆ। ਠੀਕ ਹੈ ਸਰ, ਜਵਾਬ ਜ਼ਰੂਰੀ ਹੈ। ਜੈਵੰਤ ਜੀ। ਹਾਂਜੀ, ਮੇਰਾ ਲਾਸਟ ਕਮੈਂਟ ਇਹ ਹੈ ਕਿ ਇਸ ਚੀਜ਼ ਦੇ ਵਿੱਚ ਸਾਡੇ ਮਾਨਯੋਗ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਜੀ ਦੀ ਤੇ ਕੋਈ ਇਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਕੋਈ ਤੋਹੀਨ ਹੋਈ ਹੈ ਜਾਂ ਕੋਈ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਮਾਨ ਸਤਿਕਾਰ ਨਹੀਂ ਹੋਇਆ। ਪਰ ਜਿਹੜੀਆਂ ਪਾਰਟੀਆਂ ਹੁਣ ਇਸ ਬਿਲਡਿੰਗ ਦੀ ਇਸ ਇੰਸਟੀਟਿਊਸ਼ਨ ਦੀ ਇਨੋਗਰੇਸ਼ਨ ਦੇ ਵਾਸਤੇ ਨਹੀਂ ਆਉਣਗੀਆਂ ਉਹ ਡੈਮੋਕ੍ਰੇਸੀ ਦਾ ਬਹੁਤ ਜ਼ਿਆਦਾ ਅਪਮਾਨ ਕਰਨਗੀਆਂ। ਇਹ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ। ਉਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਦਾ, ਹਿੰਦੁਸਤਾਨ ਦੇ ਸੰਵਿਧਾਨ ਦਾ ਅਪਮਾਨ ਕਰਨਗੀਆਂ। ਉਹਨਾਂ ਨੂੰ ਆਪਣਾ ਪ੍ਰੋਟੈਸਟ ਕਰਕੇ ਤੇ ਘੱਟ ਤੋਂ ਘੱਟ ਇਨੋਗਰੇਸ਼ਨ ਤੇ ਜ਼ਰੂਰ ਅਟੈਂਡ ਕਰਨੀ ਚਾਹੀਦੀ ਹੈ। ਤੁਸੀਂ ਲੋਕਤੰਤਰ ਦੀ ਤੋਹੀਨ ਕਰ ਰਹੇ ਹੋ, ਇਹ ਤੁਹਾਡੇ ਉੱਤੇ ਇਲਜ਼ਾਮ ਹੈ ਕਿ ਜੇ ਤੁਸੀਂ ਨਹੀਂ ਪਹੁੰਚਦੇ ਲੋਕਤੰਤਰ ਦੇ ਉਸ ਮੰਦਿਰ ਦੇ ਉਦਘਾਟਨ ਸਮਾਗਮ 'ਚ। ਗੌਰਵ ਜੀ, ਜੈਵੰਤ ਸਿੰਘ ਜੀ ਉਦਾਂ ਹੀ ਬੋਲੀ ਜਾ ਰਹੇ ਆ। ਲੋਕਤੰਤਰ ਦੀ ਜਿਹੜੀ ਆ ਭਾਵਨਾਵਾਂ ਦਾ ਇਹ ਨਹੀਂ ਸਤਿਕਾਰ ਕਰਦੇ, ਇਹ ਉਲੰਘਣਾ ਕਰ ਰਹੇ ਆ, ਸੰਵਿਧਾਨ ਦੀ ਉਲੰਘਣਾ ਕਰ ਰਹੇ ਆ ਔਰ ਰਾਸ਼ਟਰਪਤੀ ਸਾਹਿਬਾਂ ਦੀ ਤੋਹੀਨ ਕਰ ਰਹੇ ਆ, ਔਰਤਾਂ ਦੀ ਤੋਹੀਨ ਕਰ ਰਹੇ ਆ, ਆਦੀਵਾਸੀਆਂ ਦੀ ਤੋਹੀਨ ਕਰ ਰਹੇ ਆ। ਮੇਰੇ ਇੱਕ ਸਵਾਲ ਦਾ ਜਵਾਬ ਹੀ ਨਹੀਂ ਦੇ ਸਕੇ ਜੈਵੰਤ ਸਿੰਘ ਜੀ ਕਿ ਪ੍ਰੋਬਲਮ ਕੀ ਆ। ਸਭ ਤੋਂ ਵੱਡੇ ਸੰਵਿਧਾਨਕ ਅਹੁਦੇ ਤੇ ਬੈਠੇ ਰਾਸ਼ਟਰਪਤੀ ਸਾਹਿਬਾਂ ਤੋਂ ਉਦਘਾਟਨ ਕਰਵਾਉਣ ਦੇ ਵਿੱਚ ਕਿਉਂ ਅੜੇ ਹੋਏ ਆ, ਹਿਟਲਰ ਬਣੇ ਹੋਏ ਆ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਸਾਹਿਬ ਕਿ ਮੇਰੇ ਹੱਥੀਂ ਹੋਵੇ। ਔਰ ਬਾਰ-ਬਾਰ ਜਿਹੜੇ ਆਹ ਅਕਾਲੀ ਦਲ ਵਾਲੇ ਵੀ ਭਗਵੰਤ ਮਾਨ ਸਾਹਿਬ ਦਾ ਵਿਰੋਧ ਕਰਦੇ ਆ ਕਿ ਉੱਥੇ ਚਲੇ ਗਏ। ਸਾਰੇ ਹੀ ਐਮਪੀ ਇੰਡੀਆ ਪੱਧਰ ਤੇ ਭਗਵੰਤ ਮਾਨ ਸਾਹਿਬ ਹਰਮਨ ਪਿਆਰੇ ਆ, ਉਹਨਾਂ 'ਚ ਸੀਗੇ, ਹੁਣ ਵੀ ਹੈਗੇ ਆ। ਰਾਸ਼ਟਰ ਪੱਧਰ ਤੇ ਲੀਡਰ ਨੇ ਆਮ ਆਦਮੀ ਪਾਰਟੀ ਦੇ। ਇਹਨਾਂ ਨੂੰ ਤਕਲੀਫ ਹੈ ਭਗਵੰਤ ਮਾਨ ਸਾਹਿਬ ਜਦੋਂ ਕਿਤੇ ਸਟੇਜ ਤੇ ਖੜਦੇ ਆ ਨਾ, ਉਹ ਸੁਖਬੀਰ ਬਾਦਲ ਸਾਹਿਬ ਦਾ ਜਾਂ ਕਿਸੇ ਅਕਾਲੀ ਦਾ ਨਾਂ ਹੀ ਲੈਂਦੇ ਆ, ਸਾਰੇ ਲੋਕ ਹੱਸਣ ਲੱਗ ਜਾਂਦੇ ਆ। ਚਲੋ ਸ਼ੁਕਰੀਆ, ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕਦੇ ਆ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਡੇ ਮੰਤਰੀ ਠੀਕ ਹੈ, ਚਲੋ ਇਲਜ਼ਾਮ ਤਰਾਸ਼ੀਆਂ ਜਾਰੀ ਨੇ, ਸ਼ਾਇਦ ਅੱਗੇ ਵੀ ਆਪਣੀ ਚਰਚਾ ਇਸ ਤਰੀਕੇ ਨਾਲ ਜਾਰੀ ਰਹੇ। ਐਤਵਾਰ ਤੱਕ ਉਦਘਾਟਨ ਸਮਾਗਮ ਹੈ, ਉਸ ਤੋਂ ਪਹਿਲਾਂ ਪੋਲੀਟੀਕਲ ਤੌਰ ਦੇ ਉੱਤੇ ਕਈ ਸਟੇਟਮੈਂਟਸ ਹੁੰਦੀਆਂ ਨੇ ਜਾਂ ਗੱਲਬਾਤ ਹੁੰਦੀ ਹੈ, ਉਸ ਦੇ ਉੱਤੇ ਨਜ਼ਰ ਤਾਂ ਰਹੇਗੀ। ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਇਸ ਤਰੀਕੇ ਦਾ ਹੈ ਕਿ ਜਦੋਂ ਲੋਕਤੰਤਰ ਦਾ ਆਪਾਂ ਜ਼ਿਕਰ ਕਰਦੇ ਹਾਂ ਔਰ ਪਾਰਲੀਮੈਂਟ ਭਵਨ ਦਾ ਜ਼ਿਕਰ ਹੋ ਰਿਹਾ ਹੈ ਤੇ ਇਤਿਹਾਸਿਕ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ, ਪੁੱਛਣਗੀਆਂ, ਗੱਲਬਾਤ ਕਰਨਗੀਆਂ ਕਿ 2023 ਦੇ ਵਿੱਚ 28 ਮਈ ਦਾ ਉਹ ਦਿਨ ਸੀ ਜਦੋਂ ਇਹ ਪੂਰਾ ਉਦਘਾਟਨ ਹੋਇਆ। ਹੁਣ ਦੇਖਣਾ ਹੀ ਹੋਵੇਗਾ ਕਿ ਪੋਲੀਟੀਕਲ ਪਾਰਟੀਆਂ ਦਾ ਇਹ ਬਾਈਕਾਟ ਵਾਲਾ ਐਲਾਨ ਅੱਗੇ ਵੀ ਜਾਰੀ ਰਹਿੰਦਾ ਹੈ ਜਾਂ ਨਹੀਂ, ਤੇ ਉਦਘਾਟਨ ਸਮਾਗਮ ਦੇ ਵਿੱਚ ਸ਼ਾਮਲ ਕੌਣ-ਕੌਣ ਹੁੰਦਾ ਹੈ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ